बिस्मिल्लाहिर्रहमानिर्रहीम। अस्सलामुअलैकुम वरहमतुल्लाहि वबरकातुहू। की हाल चाल है जी? ठीक ठाक हो? उम्मीद है अल्लाह ताला दे हुक्म दे नाल इंशाअल्लाह तुसी सारे ठीक ठाक होवोगे। अल्लाह ताला सब ते रहमत फरमाए। अल्लाह ताला सब नूं अपने हिफ्ज़ ईमान दे विच रखे। ਅੱਜ ਦੇ ਵਲੌਗ ਦੇ ਵਿੱਚ ਮੈਂ ਤੁਹਾਨੂੰ ਦੱਸਾਂਗਾ ਕਿ ਪਸ਼ਾਵਰ ਦੇ ਵਿੱਚ ਇੱਕ ਐਸਾ ਅਫਸੋਸਨਾਕ ਵਾਕਿਆ ਪੇਸ਼ ਆਇਆ ਕਿ ਜਿਹਦੇ ਵਿੱਚ ਦੁਲਹਨ ਨਵੀਂ ਸ਼ਾਦੀ ਕਰਾਂਦੀ ਆ ਔਰ ਸਿਰਫ 1.5-2 ਘੰਟੇ ਵਾਸਤੇ ਉਹ ਬੀਵੀ ਬਣਦੀ ਆ। ਉਸ ਤੋਂ ਬਾਅਦ ਉਹਦੇ ਦੁਲਹੇ ਨੂੰ ਬਰਾਤ ਜਦੋਂ ਲੈ ਕੇ ਜਾ ਰਿਹਾ ਹੁੰਦਾ ਕੋਈ ਕਤਲ ਕਰ ਦਿੰਦਾ ਤੇ ਉਹਦੀ ਮੁਕੰਮਲ ਤਫਸੀਲਾਤ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦੱਸਾਂਗਾ। ਲਓ ਜੀ, ਜੇ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਸਬਸਕ੍ਰਾਈਬ, ਲਾਈਕ ਔਰ ਸ਼ੇਅਰ ਜ਼ਰੂਰ ਕਰ ਦੇਣਾ ਔਰ ਨਾਲ ਘੰਟੀ ਦੇ ਬਟਨ ਨੂੰ ਜ਼ਰੂਰ ਦਬ ਦੇਣਾ। ਇਹ ਵਾਕਿਆ ਇਸ ਤਰ੍ਹਾਂ ਕਿ ਪਸ਼ਾਵਰ ਦਾ ਵਾਕਿਆ ਹੈ। ਪਸ਼ਾਵਰ ਦੇ ਵਿੱਚ ਇਲਾਕਾ ਹੈ ਇੱਕ ਫਕੀਰਾਬਾਦ ਦਾ। ਉੱਥੇ ਇੱਕ ਫੈਮਿਲੀ ਰਹਿੰਦੀ ਆ। ਉਸ ਫੈਮਿਲੀ ਦੇ ਸਰਬਰਾਹ ਦਾ ਨਾਮ ਹੁੰਦਾ ਸਿਕੰਦਰ ਖਾਨ। ਉਹਨਾਂ ਦੀ ਇੱਕ ਨੌਜਵਾਨ ਬੇਟੀ ਹੁੰਦੀ ਹੈ ਜਿਹਦਾ ਨਾਮ ਹੁੰਦਾ ਸਮਰੀਨ। ਉਹ ਸਮਰੀਨ ਜਿਸ ਵੇਲੇ ਜਵਾਨ ਹੋ ਗਈ, ਵਾਲਦ ਫਿਕਰ ਕਰਨ ਲੱਗ ਪਿਆ ਕਿ ਹੁਣ ਇਹਦੀ ਸ਼ਾਦੀ ਜਿਹੜੀ ਆ ਕਿਤੇ ਕਰ ਦੇਣੀ ਚਾਹੀਦੀ ਹੈ ਕਿਉਂਕਿ ਬੱਚੀ ਜਵਾਨ ਹੋ ਗਈ ਆ। ਉਹਦਾ ਇੱਕ ਦੋਸਤ ਹੁੰਦਾ, ਉਹਦਾ ਬੇਟਾ ਹੁੰਦਾ ਅਦਨਾਨ। ਇਹ ਆਪਣੇ ਦੋਸਤ ਦੇ ਬੇਟੇ ਅਦਨਾਨ ਦੇ ਨਾਲ ਸਮਰੀਨ ਦੀ ਸ਼ਾਦੀ ਪੱਕੀ ਕਰ ਦਿੰਦੇ ਨੇ। ਦਿਨ ਤੈਅ ਹੋ ਜਾਂਦਾ ਔਰ ਬਰਾਤ ਦਾ ਦਿਨ ਜਿਹੜਾ ਉਹ 11 ਨਵੰਬਰ ਰੱਖਿਆ ਜਾਂਦਾ। 10 ਨਵੰਬਰ ਨੂੰ ਮਹਿੰਦੀ ਹੁੰਦੀ ਆ, 12 ਨਵੰਬਰ ਨੂੰ ਵਲੀਮਾ ਹੁੰਦਾ। ਜਿਸ ਵੇਲੇ ਦਿਨ ਇਹ ਤੈਅ ਹੋ ਜਾਂਦਾ, 10 ਨਵੰਬਰ ਆਂਦੀ ਆ ਤੇ ਬੜੀ ਧੂਮਧਾਮ ਨਾਲ ਮਹਿੰਦੀ ਵਗੈਰਾ ਜੋ ਵੀ ਰਸਮ ਰਿਵਾਜ ਆ ਮਹਿੰਦੀ ਦਾ ਉਹ ਕਰਦੇ ਨੇ। ਉਸ ਤੋਂ ਬਾਅਦ 11 ਨਵੰਬਰ ਸਵੇਰ ਨੂੰ ਉੱਠਦੇ ਨੇ, ਜਿਹੜਾ ਬਰਾਤ ਦਾ ਟਾਈਮ ਹੁੰਦਾ ਦਿੱਤੇ ਆ ਉਸ ਦੇ ਮੁਤਾਬਕ ਇਹ ਤਿਆਰੀ ਕਰਕੇ ਉੱਥੇ ਪਹੁੰਚ ਜਾਂਦੇ ਨੇ। ਜਿੱਥੇ ਜਾਂਦੇ ਨੇ ਉਸ ਇਲਾਕੇ ਦਾ ਨਾਮ ਹੁੰਦਾ ਹਯਾਤਾਬਾਦ। ਪਸ਼ਾਵਰ ਦਾ ਇਹ ਇਲਾਕਾ ਜਿੱਥੇ ਵਿਆਹਣ ਜਾਂਦੇ ਨੇ। ਤੇ ਵਿਆਹਣ ਇਹ ਕਿੱਥੋਂ ਜਾਂਦੇ ਨੇ? ਫਕੀਰਾਬਾਦ ਦੇ ਇਲਾਕੇ ਦੇ ਵਿੱਚੋਂ। ਤੇ ਜਿਸ ਵੇਲੇ ਉੱਥੇ ਬਰਾਤ ਪਹੁੰਚ ਜਾਂਦੀ ਆ, ਨਿਕਾਸ਼ਕਾ ਹੁੰਦਾ, ਸ਼ਾਦੀ ਸ਼ੁਦੀ ਹੁੰਦੀ ਆ ਤੇ ਰਸਮ ਰਿਵਾਜ ਜੋ ਵੀ ਸ਼ਾਦੀ ਦੇ ਹੁੰਦੇ ਨੇ ਉਹ ਹੁੰਦੇ ਨੇ। ਉਸ ਤੋਂ ਬਾਅਦ ਫਿਰ ਇਹ ਨਿਕਾਹ ਤੋਂ ਬਾਅਦ ਖਾਣਾ ਛਾਣਾ ਖਾਂਦੇ ਨੇ। ਉਸ ਤੋਂ ਬਾਅਦ ਦੁੱਧ ਪਿਲਾਈ ਹੁੰਦੀ ਆ। ਫਿਰ ਇਹ ਗੱਡੀ 'ਚ ਬਹਿੰਦੇ ਨੇ ਵਾਪਸੀ ਵਾਸਤੇ। ਰਾਤ ਤਕਰੀਬਨ 11 ਨਵੰਬਰ ਨੂੰ 10:45 ਤੇ ਜਿਸ ਵੇਲੇ ਇਹਨਾਂ ਦੀ ਗੱਡੀ 4 ਰੋਡ ਤੇ ਪਹੁੰਚਦੀ ਆ, ਉੱਥੇ ਇੱਕ ਨਾਮਲੂਮ ਮੋਟਰਸਾਈਕਲ ਤੇ ਬੰਦਾ ਆਉਂਦਾ ਔਰ ਇਹਨਾਂ ਦੀ ਗੱਡੀ ਦੇ ਨਾਲ ਲਾ ਕੇ ਕਹਿੰਦਾ ਕਿ ਸ਼ਾਲ ਜਿਹੜੀ ਆ ਦੁਲਹਾ ਸਾਹਿਬ ਨੂੰ ਕਿ ਤੁਹਾਡੀ ਬਾਹਰ ਆ, ਇਹਨੂੰ ਅੰਦਰ ਕਰ ਲਓ। ਦੁਲਹਾ ਸਾਹਿਬ ਗੇਟ ਖੋਲਦੇ ਨੇ ਸ਼ਾਲ ਅੰਦਰ ਕਰਨੇ ਵਾਸਤੇ। ਜੋ ਹੀ ਗੇਟ ਖੋਲਦੇ ਨੇ ਉਹ ਜਿਹੜਾ ਨਾਮਲੂਮ ਬੰਦਾ ਆਇਆ ਹੁੰਦਾ ਉਹ ਫੌਰਨ ਫਾਇਰ ਕਰਦਾ, ਉਹਨੂੰ ਮਾਰ ਦਿੰਦਾ। ਉਸ ਤੋਂ ਬਾਅਦ ਡਰਾਈਵਰ ਜਿਹੜਾ ਕੋਸ਼ਿਸ਼ ਕਰਦਾ ਉਹਦੇ ਉੱਤੇ ਹਮਲਾ ਆਵਰ ਹੁੰਦਾ, ਉਹ ਡਰਾਈਵਰ ਨੂੰ ਵੀ ਫਾਇਰ ਮਾਰ ਦਿੰਦਾ। ਫਾਇਰ ਮਾਰ ਕੇ ਉਹ ਬੰਦਾ ਜਿਹੜਾ ਸੀ ਮੋਟਰਸਾਈਕਲ ਤੇ ਉਹ ਨੱਸ ਜਾਂਦਾ, ਫਰਾਰ ਹੋ ਜਾਂਦਾ। ਹੁਣ ਦੁਲਹੇ ਦੇ ਨਾਲ ਜਿਹੜੀ ਆ ਉਹਦੀ ਵਾਲਦਾ ਇੱਕ ਸਾਈਡ ਤੇ ਬੈਠੀ ਹੁੰਦੀ ਆ ਗੱਡੀ ਦੇ ਵਿੱਚ, ਇੱਕ ਸਾਈਡ ਤੇ ਉਹਦੀ ਭੈਣ ਬੈਠੀ ਹੁੰਦੀ ਆ, ਵਿੱਚ ਦੁਲਹਨ ਬੈਠੀ ਹੁੰਦੀ ਆ। ਤੇ ਜਿਸ ਵੇਲੇ ਉਹ ਦੌੜ ਜਾਂਦਾ, ਪੁਲਿਸ ਨੂੰ ਇਤਲਾਹ ਹੋ ਜਾਂਦੀ ਆ। ਪੁਲਿਸ ਜਿਹੜੀ ਆ ਉਹ ਉਸ ਫਕੀਰਾਬਾਦ ਇਲਾਕੇ ਦੀ ਆ ਥਾਣੇ ਦੀ ਉਹ ਮੌਕੇ ਤੇ ਪਹੁੰਚ ਜਾਂਦੀ ਆ ਔਰ ਜਿਸ ਵੇਲੇ ਮੌਕੇ ਤੇ ਪਹੁੰਚ ਜਾਂਦੀ ਆ ਦੁਲਹੇ ਨੂੰ ਔਰ ਡਰਾਈਵਰ ਨੂੰ ਫਟਾਫਟ ਈਥੀ ਦੇ ਜ਼ਰੀਏ ਹਸਪਤਾਲ ਪਹੁੰਚਾਇਆ ਜਾਂਦਾ। ਜਿਸ ਵੇਲੇ ਉਹ ਹਸਪਤਾਲ ਪਹੁੰਚਦੇ ਨੇ, ਹਸਪਤਾਲ ਵਾਲੇ ਡਾਕਟਰ ਚੈੱਕ ਕਰਦੇ ਨੇ, ਉਹ ਦੱਸਦੇ ਨੇ ਕਿ ਜਿਹੜਾ ਦੁਲਹਾ ਉਹਦੀ ਡੈਥ ਹੋ ਚੁੱਕੀ ਆ ਔਰ ਡਰਾਈਵਰ ਜਿਹੜਾ ਉਹ ਵੀ ਬਹੁਤ ਖਤਰਨਾਕ ਹਾਲਤ ਦੇ ਵਿੱਚ ਆ। ਉਹਨੂੰ ਵੀ ਬਚਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਆ, ਉਹ ਹਜੇ ਠੀਕ ਹੁੰਦਾ। ਉਸ ਤੋਂ ਬਾਅਦ ਪੁਲਿਸ ਤਫਤੀਸ਼ ਦਾ ਆਗਾਜ਼ ਕਰਦੀ ਆ। ਪੁਲਿਸ ਸਭ ਤੋਂ ਪਹਿਲਾਂ ਦੁਲਹੇ ਵਾਲਿਆਂ ਨੂੰ ਪੁੱਛਦੀ ਆ ਕਿ ਤੁਹਾਡੀ ਕਿਸੇ ਦੇ ਨਾਲ ਦੁਸ਼ਮਣੀ, ਕੋਈ ਲੜਾਈ ਝਗੜਾ ਜਾਂ ਫੱਡਾ, ਕੋਈ ਕਿਸੇ ਕਿਸਮ ਦਾ ਮਾਮਲਾ ਹੋਵੇ ਜਿਹਦੀ ਵਜ੍ਹਾ ਨਾਲ ਇਹ ਦੁਲਹੇ ਨੂੰ ਮਾਰ ਦਿੱਤਾ ਗਿਆ। ਘਰ ਦੇ ਕਹਿੰਦੇ ਨੇ, ਸਿਕੰਦਰ ਖਾਨ ਜਿਹੜਾ ਵਾਲਦ ਹੁੰਦਾ ਉਹ ਕਹਿੰਦਾ ਸਾਡੀ ਕਿਸੇ ਦੇ ਨਾਲ ਕੋਈ ਦੁਸ਼ਮਣੀ ਨਹੀਂ ਹੈਗੀ ਤੇ ਨਾ ਕੋਈ ਲੈਣ ਦੇਣ, ਹਰ ਚੀਜ਼ ਕਲੀਅਰ ਆ, ਲੇਕਿਨ ਇਹ ਸਮਝ ਨਹੀਂ ਆਉਂਦੀ ਕਿ ਕੌਣ ਇਹਨੂੰ ਮਾਰ ਗਿਆ। ਪੁਲਿਸ ਹੁਣ ਜਿਹੜੀ ਆ CCTV ਕੈਮਰੇ ਦੇ ਜ਼ਰੀਏ ਉਸ ਮੋਟਰਸਾਈਕਲ ਵਾਲੇ ਨੂੰ ਚੈੱਕ ਕਰਦੀ ਆ। ਮੋਟਰਸਾਈਕਲ ਵਾਲੇ ਦਾ ਨੰਬਰ ਵਗੈਰਾ CCTV ਕੈਮਰੇ ਦੇ ਵਿੱਚ ਆ ਜਾਂਦਾ ਔਰ ਮੁਲਜ਼ਮ ਜਿਹੜਾ ਉਹ ਪਹਿਚਾਣਿਆ ਜਾਂਦਾ। ਪੁਲਿਸ ਜਿਹੜੀ ਆ ਫਿਰ ਉਸ ਮੁਲਜ਼ਮ ਤੱਕ ਪਹੁੰਚ ਜਾਂਦੀ ਆ, ਉਸ ਨੂੰ ਗ੍ਰਿਫਤਾਰ ਕਰ ਲੈਂਦੀ ਆ। ਉਸ ਦਾ ਨਾਮ ਹੁੰਦਾ ਜਲਾਲ ਔਰ ਜਲਾਲ ਨੂੰ ਜਿਸ ਵੇਲੇ ਪੁਲਿਸ ਪੁੱਛਦੀ ਆ, ਤਹਿਕੀਕ ਕਰਦੀ ਆ,
ਪਤਾ ਲੱਗਦਾ ਕਿ ਇਹ ਜਿਹੜੀ ਲੜਕੀ ਆ ਸਮਰੀਨ ਇਹਦਾ ਕਜ਼ਨ। ਜਲਾਲ ਨੂੰ ਜਿਸ ਵੇਲੇ ਪੁਲਿਸ ਪੁੱਛਦੀ ਆ ਕਿ ਤੂੰ ਇਸ ਦੁਲਹੇ ਨੂੰ ਅਦਨਾਨ ਨੂੰ ਕਿਉਂ ਮਾਰਿਆ, ਮੁਲਜ਼ਮ ਜਲਾਲ ਕਹਿੰਦਾ ਕਿ ਮੇਰਾ ਇਸ ਲੜਕੀ ਜਿਹੜੀ ਮੇਰੀ ਕਜ਼ਨ ਲੱਗਦੀ ਆ ਸਮਰੀਨ, ਇਹਦੇ ਨਾਲ 2 ਸਾਲ ਤੋਂ ਆਸ਼ਿਕ ਮਾਸ਼ੂਕੀ ਦਾ ਤਾਲੁਕ ਸੀ। ਮੈਂ ਇਹਦੇ ਨਾਲ ਸ਼ਾਦੀ ਕਰਾਉਣਾ ਚਾਹੁੰਦਾ ਸੀ, ਲੇਕਿਨ ਮੇਰੇ ਘਰ ਦੇ ਸ਼ਾਦੀ ਵਾਸਤੇ ਤਿਆਰ ਨਹੀਂ ਸੀ, ਮੰਨਦੇ ਨਹੀਂ ਸੀ। ਜਦੋਂ ਮੈਂ ਆਪਣੇ ਘਰਦਿਆਂ ਨਾਲ ਸ਼ਾਦੀ ਦੀ ਗੱਲ ਕੀਤੀ, ਉਹ ਕਹਿਣ ਲੱਗੇ ਕਿ ਖਬਰਦਾਰ, ਉਸ ਜੇ ਕੁੜੀ ਦਾ ਨਾਮ ਵੀ ਲਿਆ, ਅਸੀਂ ਉਹਨੂੰ ਦੇਖਣਾ ਵੀ ਨਹੀਂ ਚਾਹੁੰਦੇ, ਤੂੰ ਉਹਨੂੰ ਆਪਣੀ ਬਹੂ ਬਣਾਉਣਾ ਚਾਹੁੰਦਾ। ਲੇਕਿਨ ਮੇਰੇ ਘਰ ਦੇ ਨਹੀਂ ਸੀ ਮੰਨਦੇ। ਹੁਣ ਸਿਕੰਦਰ ਖਾਨ ਚੂੰਕਿ ਉਹਦੀ ਬੇਟੀ ਸੀ, ਉਹ ਜਵਾਨ ਹੋ ਚੁੱਕੀ ਸੀ, ਉਹਨੇ ਸ਼ਾਦੀ ਕਰਨੀ ਸੀ, ਉਹਨੇ ਆਪਣੇ ਦੋਸਤ ਦੇ ਬੇਟੇ ਅਦਨਾਨ ਨਾਲ ਕਰ ਦਿੱਤੀ। ਤੇ ਜਿਸ ਵੇਲੇ ਉਹਦਾ ਸ਼ਾਦੀ ਦਾ ਦਿਨ ਆਇਆ, ਤੈਅ ਹੋ ਗਈ ਸ਼ਾਦੀ, ਇਹ ਜਿਹੜੀ ਸਮਰੀਨ ਸੀ ਅਦਨਾਨ ਦੀ ਬੀਵੀ, ਇਹ ਮੇਰੇ ਨਾਲ ਰਾਬਤੇ ਦੇ ਵਿੱਚ ਸੀ। ਤੇ ਮੈਂ ਅਦਨਾਨ ਨੂੰ ਕਿਹਾ ਸੀ ਸ਼ਾਦੀ ਤੋਂ ਪਹਿਲਾਂ ਕਿ ਤੂੰ ਉਹਦੇ ਨਾਲ ਸ਼ਾਦੀ ਨਾ ਕਰ, ਉਹ ਮੇਰੀ ਮਾਸ਼ੂਕ ਆ, ਮੈਂ ਉਹਦੇ ਨਾਲ ਸ਼ਾਦੀ ਕਰਨਾ ਚਾਹੁੰਦਾ। ਅਦਨਾਨ ਨੇ ਮੈਨੂੰ ਕਿਹਾ ਸੀ ਕਿ ਖਬਰਦਾਰ, ਅਗਰ ਤੂੰ ਉਹਦੇ ਵੱਲ ਅੱਖ ਚੁੱਕ ਕੇ ਵੀ ਵੇਖੀ, ਉਹ ਹੁਣ ਮੇਰੀ ਬੀਵੀ ਆ ਹੋਣੇ ਵਾਲੀ, ਤੇ ਮੈਂ ਉਹਦੇ ਨਾਲ ਸ਼ਾਦੀ ਕਰਵਾਵਾਂਗਾ। ਜਿਸ ਵੇਲੇ ਸ਼ਾਦੀ ਹੋ ਗਈ ਔਰ ਇਹ ਕਾਰ ਦੇ ਵਿੱਚ ਸਫ਼ਰ ਕਰ ਰਹੇ ਸੀ, ਸਮਰੀਨ ਮੁਸਲਸਲ ਮੋਬਾਈਲ ਦੇ ਜ਼ਰੀਏ ਮੇਰੇ ਨਾਲ ਰਾਬਤੇ ਦੇ ਵਿੱਚ ਸੀ ਔਰ ਮੈਨੂੰ ਦੱਸਦੀ ਸੀ ਕਿ ਇਸ ਟਾਈਮ ਅਸੀਂ ਇਸ ਜਗ੍ਹਾ ਤੇ ਪਹੁੰਚ ਗਏ, ਇਸ ਟਾਈਮ ਇਸ ਜਗ੍ਹਾ ਤੇ ਪਹੁੰਚ ਗਏ ਆ, ਤੇ ਇਹ ਮੈਨੂੰ ਮੈਸੇਜ ਕਰਕੇ ਮੋਬਾਈਲ ਤੇ ਦੱਸੀ ਜਾ ਰਹੀ ਸੀ। ਇਸ ਵਜ੍ਹਾ ਨਾਲ ਮੈਨੂੰ ਇਹਨਾਂ ਦੀ ਲੋਕੇਸ਼ਨ ਵਗੈਰਾ ਔਰ ਇਹਨਾਂ ਦੇ ਨਾਲ ਰਾਬਤੇ 'ਚ ਰਹਿਣ ਵਾਸਤੇ ਕੋਈ ਮੁਸ਼ਕਲ ਪੇਸ਼ ਨਹੀਂ ਆਈ। ਜਦੋਂ 4 ਸਦਾ ਤੇ ਗੱਡੀ ਆਈ, ਸਮਰੀਨ ਨੇ ਮੈਨੂੰ ਦੱਸਿਆ ਕਿ ਹੁਣ ਗੱਡੀ ਇੱਥੇ ਪਹੁੰਚ ਗਈ ਹੈ 4 ਸਦਾ ਰੋਡ ਤੇ, ਔਰ ਸ਼ਾਲ ਦਾ ਸਿਰਫ ਇੱਕ ਬਹਾਨਾ ਹੀ ਬਣਾਇਆ ਗਿਆ, ਕਿਉਂਕਿ ਸਿਰਫ ਅਦਨਾਨ ਨੂੰ ਮਾਰਨਾ ਚਾਹੁੰਦਾ ਸੀ, ਕੱਲੇ ਦੁਲਹਾ ਨੂੰ। ਇਸ ਵਾਸਤੇ ਮੈਂ ਸ਼ਾਲ ਦਾ ਬਹਾਨਾ ਲਾ ਕੇ ਗੱਡੀ ਦਾ ਗੇਟ ਜਿਹੜਾ ਉਹ ਜਿਸ ਵੇਲੇ ਉਹਨੇ ਖੋਲਿਆ, ਉਹਦੇ ਉੱਤੇ ਹੀ ਫਾਇਰ ਕੀਤਾ ਤਾਂ ਕਿ ਇੱਕ ਹੀ ਬੰਦਾ ਮਰੇ। ਡਰਾਈਵਰ ਨੇ ਚੂੰਕਿ ਅੱਗੋਂ ਮਜ਼ਾਹਮਤ ਕੀਤੀ, ਇਸ ਵਾਸਤੇ ਉਹਨੂੰ ਵੀ ਫਾਇਰ ਮਾਰਨਾ ਪਿਆ। ਤੇ ਇਸ ਤਰ੍ਹਾਂ ਉਹਨੇ ਦੁਲਹੇ ਨੂੰ ਜਿਹੜਾ ਫਾਇਰ ਮਾਰਿਆ, ਦੁਲਹਾ ਮੌਕੇ ਤੇ ਮਰ ਗਿਆ ਔਰ ਡਰਾਈਵਰ ਹਜੇ ਉੱਥੇ ਜ਼ਿੰਦਗੀ ਔਰ ਮੌਤ ਦੀ ਜੰਗ ਲੜ ਰਿਹਾ। ਇਸ ਤਰ੍ਹਾਂ ਇਸ ਸਮਰੀਨ ਨੂੰ ਵੀ ਫਿਰ ਜਿਸ ਵੇਲੇ ਪੁਲਿਸ ਨੇ ਤਫਤੀਸ਼ ਦੇ ਵਿੱਚ ਸ਼ਾਮਲ ਕੀਤਾ, ਪੁਲਿਸ ਨੇ ਇਹਨੂੰ ਵੀ ਸਮਰੀਨ ਨੂੰ ਗ੍ਰਿਫਤਾਰ ਕਰ ਲਿਆ, ਕਿਉਂਕਿ ਇਹ ਵੀ ਜੁਰਮ ਦੇ ਵਿੱਚ ਬਰਾਬਰ ਦੀ ਸ਼ਰੀਕ ਸੀ, ਕਿਉਂਕਿ ਇਹ ਮੈਸੇਜ ਦੇ ਜ਼ਰੀਏ ਉਹਨੂੰ ਸਾਰਾ ਕੁਝ ਦੱਸ ਰਹੀ ਸੀ। ਇਸ ਤਰ੍ਹਾਂ ਪੁਲਿਸ ਨੇ ਸਮਰੀਨ ਨੂੰ ਵੀ ਫੜ ਕੇ ਤੇ ਜੇਲ੍ਹ 'ਚ ਬੰਦ ਕਰਤਾ। ਉਹ ਜਿਹੜੀ ਮਹਿੰਦੀ ਲੱਗੀ ਹੋਈ ਸੀ ਹੱਥਾਂ ਨੂੰ ਔਰ ਲਾਲ ਸੂਟ ਦੁਲਹਨ ਵਾਲਾ ਪਾਇਆ ਸੀ, ਉਹ ਹੁਣ ਜਾ ਕੇ ਸਮਝੋ ਕਿ ਜੇਲ੍ਹ ਦੇ ਅੰਦਰ ਹੀ ਉਤਾਰੇਗੀ। ਇਸ ਤਰ੍ਹਾਂ ਉਹ ਸ਼ਾਦੀ ਤੋਂ ਦੂਸਰੇ ਦਿਨ ਜਿਹੜਾ ਵਲੀਮੇ ਦਾ ਦਿਨ ਸੀ, ਉਹ ਜਨਾਜ਼ੇ ਦਾ ਦਿਨ ਬਣ ਗਿਆ ਦੁਲਹੇ ਦਾ, ਔਰ ਉਸ ਦਿਨ ਫਿਰ ਉਹਦਾ ਜਨਾਜ਼ਾ ਪੜਿਆ ਗਿਆ। ਇਸ ਤਰ੍ਹਾਂ ਸਮਰੀਨ ਨੇ ਆਪਣੇ ਕਜ਼ਨ ਜਲਾਲ ਦੇ ਨਾਲ ਸ਼ਾਦੀ ਕਰਵਾਉਣ ਵਾਸਤੇ ਆਪਣੇ 1.5 ਘੰਟੇ ਦੇ ਸ਼ੌਹਰ ਨੂੰ ਮਰਵਾਤਾ, ਜਿਹਦਾ ਨਾਮ ਅਦਨਾਨ ਸੀ। ਇਹ ਹੁਣ ਤੁਸੀਂ ਕਮੈਂਟਸ ਦੇ ਵਿੱਚ ਦੱਸਣਾ ਕਿ ਇਹ ਜਿਹੜਾ ਕੰਮ ਸਮਰੀਨ ਨੇ ਕੀਤਾ, ਆਪਣੇ ਸ਼ੌਹਰ ਨੂੰ ਜਿਹੜਾ 1.5 ਘੰਟੇ ਦਾ ਸੀ ਪਹਿਲਾਂ ਜਿਹਦੇ ਨਾਲ ਨਿਕਾਹ ਹੋਇਆ ਸੀ, ਉਹਨੂੰ ਮਰਵਾਤਾ ਔਰ ਆਪ ਬੇਵਾ ਹੋ ਗਈ, ਇਹ ਕੰਮ ਉਹਨੇ ਸਹੀ ਕੀਤਾ ਜਾਂ ਗਲਤ ਕੀਤਾ? ਇਹ ਇੱਕ ਸਬਕ ਅਮੋਜ਼ ਕਹਾਣੀ ਆ ਦੂਸਰੀਆਂ ਲੜਕੀਆਂ ਵਾਸਤੇ ਵੀ ਕਿ ਇਸ ਤਰ੍ਹਾਂ ਦਾ ਕਦਮ ਨਹੀਂ ਉਠਾਉਣਾ ਚਾਹੀਦਾ ਜਿਹਦੇ ਵਿੱਚ ਜ਼ਿੰਦਗੀ ਆਪਣੀ ਵੀ ਦਾਅ ਤੇ ਲੱਗ ਜਾਏ। ਹੁਣ ਸਮਝੋ ਉਹਦੀ ਜ਼ਿੰਦਗੀ ਵੀ ਦਾਅ ਤੇ ਲੱਗ ਗਈ ਆ ਔਰ ਉਹ ਵੀ ਸਾਰੀ ਉਮਰ ਜਾਂ ਕੁਝ ਸਾਲ ਜਾਂ ਕੁਝ ਅਰਸਾ ਜ਼ਿੰਦਗੀ ਜੇਲ੍ਹ ਦੇ ਵਿੱਚ ਗੁਜ਼ਾਰੇਗੀ, ਕਿਉਂਕਿ ਉਹ ਵੀ ਮੁਲਜ਼ਮ ਦੇ ਨਾਲ ਬਰਾਬਰ ਦੀ ਸ਼ਰੀਕ ਆ। ਤੇ ਇਹ ਸੀ ਅੱਜ ਦਾ ਵਲੌਗ ਜਿਹੜਾ ਮੈਂ ਤੁਹਾਡੇ ਨਾਲ ਸ਼ੇਅਰ ਕੀਤਾ। ਅੱਲਾਹ ਤਾਲਾ ਸਭ ਤੇ ਰਹਿਮਤਾਂ ਫਰਮਾਏ, ਅੱਲਾਹ ਤਾਲਾ ਸਭ ਨੂੰ ਆਪਣੇ ਹਿਫਜ਼ੋ ਇਮਾਨ 'ਚ ਰੱਖੇ। अस्सलामु अलैकुम व रहमतुल्लाहि व बरकातुहू।